प्यारे विद्यार्थियों, मैं हाँ जतिंदर शर्मा, कंप्यूटर फैकल्टी, सरकारी कन्या सीनियर सेकेंडरी स्कूल लोहिया खास लेके हाਜ਼ਰ ਹਾਂ ਇੱਕ ਵੀਡੀਓ ਜੋ ਕਿ 7ਵੀਂ ਕਲਾਸ ਦੇ ਵਿਦਿਆਰਥੀਆਂ ਲਈ ਬਣਾਈ ਗਈ ਹੈ। ਇਸ ਵੀਡੀਓ ਵਿੱਚ ਅਸੀਂ 7ਵੀਂ ਜਮਾਤ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ ਪਹਿਲੇ ਪਾਠ ਟਾਈਪਿੰਗ ਟਿਊਟਰ ਬਾਰੇ ਜਾਣਕਾਰੀ ਸਾਂਝੀ ਕਰਾਂਗੇ। 7ਵੀਂ ਕਲਾਸ ਪਾਠ ਪਹਿਲਾ ਟਾਈਪਿੰਗ ਟਿਊਟਰ ਭਾਗ ਪਹਿਲਾ। ਟਾਈਪਿੰਗ ਟਿਊਟਰ ਇੱਕ ਪ੍ਰੋਗਰਾਮ ਹੈ ਜਿਸ ਰਾਹੀਂ ਅਸੀਂ ਟੱਚ ਟਾਈਪਿੰਗ ਕਰਨਾ ਸਿੱਖਦੇ ਹਾਂ। ਇਸ ਸੌਫਟਵੇਅਰ ਵਿੱਚ ਅਸੀਂ ਕਈ ਤਰੀਕਿਆਂ ਨਾਲ ਟਾਈਪਿੰਗ ਸਿੱਖ ਸਕਦੇ ਹਾਂ। ਅਸੀਂ ਟਾਈਪਿੰਗ ਨਾਲ ਸੰਬੰਧਿਤ ਗੇਮਸ ਵੀ ਖੇਡ ਸਕਦੇ ਹਾਂ। ਟਾਈਪਿੰਗ ਟਿਊਟਰ ਸੌਫਟਵੇਅਰ ਸਾਨੂੰ ਸਾਡੀ ਟਾਈਪਿੰਗ ਦੀ ਗਤੀ ਅਤੇ ਐਕਿਊਰੇਸੀ ਬਾਰੇ ਵੀ ਦੱਸਦਾ ਹੈ, ਜਿਸ ਨਾਲ ਅਸੀਂ ਆਪਣੀ ਟਾਈਪਿੰਗ ਵਿੱਚ ਸੁਧਾਰ ਕਰ ਸਕਦੇ ਹਾਂ। ਇੰਟਰਨੈਟ ਤੇ ਕਈ ਸਾਰੇ ਫ੍ਰੀ ਟਾਈਪਿੰਗ ਟਿਊਟਰ ਸੌਫਟਵੇਅਰ ਉਪਲਬਧ ਹਨ, ਜਿਨ੍ਹਾਂ ਨੂੰ ਡਾਊਨਲੋਡ ਕਰਕੇ ਅਸੀਂ ਕੰਪਿਊਟਰ ਵਿੱਚ ਟੱਚ ਟਾਈਪਿੰਗ ਦੀ ਪ੍ਰੈਕਟਿਸ ਕਰ ਸਕਦੇ ਹਾਂ ਅਤੇ ਅਸੀਂ ਆਪਣੀ ਟਾਈਪਿੰਗ ਦੀ ਸਪੀਡ ਨੂੰ ਵਧਾ ਸਕਦੇ ਹਾਂ। ਟਾਈਪਿੰਗ ਕਰਦੇ ਹੋਏ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਟਾਈਪਿੰਗ ਕਰਦੇ ਹੋਏ ਪਹਿਲਾਂ ਸਾਨੂੰ ਰਫ਼ਤਾਰ ਨਾਲੋਂ ਆਪਣਾ ਧਿਆਨ ਸਹੀ ਕੀ ਦਬਾਉਣ ਉੱਤੇ ਰੱਖਣਾ ਚਾਹੀਦਾ ਹੈ। ਰਫ਼ਤਾਰ ਸਮੇਂ ਅਤੇ ਅਭਿਆਸ ਨਾਲ ਆਪਣੇ ਆਪ ਵੱਧ ਜਾਂਦੀ ਹੈ। ਟਾਈਪਿੰਗ ਕਰਦੇ ਸਮੇਂ ਕੀਬੋਰਡ ਤੇ ਨਹੀਂ, ਸਕਰੀਨ ਤੇ ਧਿਆਨ ਹੋਣਾ ਚਾਹੀਦਾ ਹੈ। ਟੱਚ ਟਾਈਪਿੰਗ ਕੀ ਹੈ? ਜੇਕਰ ਅਸੀਂ ਕੀਬੋਰਡ ਨੂੰ ਦੇਖ ਕੇ ਇੱਕ ਕੀ ਲੱਭ ਕੇ ਟਾਈਪਿੰਗ ਕਰਦੇ ਹਾਂ ਤਾਂ ਸਾਡੀ ਟਾਈਪਿੰਗ ਸਪੀਡ ਬਹੁਤ ਹੀ ਘਟ ਜਾਂਦੀ ਹੈ। ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਬਿਨਾਂ ਕੀਬੋਰਡ ਨੂੰ ਦੇਖੇ ਪੜਾਅ ਦਰ ਪੜਾਅ ਆਪਣੀਆਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਉੱਪਰ ਦਿੱਤੇ ਚਿੱਤਰ ਵਿੱਚ ਕੀਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਖੱਬੇ ਹੱਥ ਲਈ ਤੇ ਦੂਸਰਾ ਭਾਗ ਸੱਜੇ ਹੱਥ ਲਈ ਹੈ। ਖੱਬੇ ਪਾਸੇ ਵਾਲੀਆਂ ਕੀਜ਼ ਖੱਬੇ ਹੱਥ ਦੀਆਂ ਉਂਗਲਾਂ ਨਾਲ ਦਬਾਈਆਂ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਸੱਜੇ ਪਾਸੇ ਵਾਲੀਆਂ ਕੀਜ਼ ਸੱਜੇ ਹੱਥ ਦੀਆਂ ਉਂਗਲਾਂ ਨਾਲ ਦਬਾਈਆਂ ਜਾਂਦੀਆਂ ਹਨ। ਹੁਣ ਅਸੀਂ ਜਾਣਾਂਗੇ ਕੀਬੋਰਡ ਉੱਤੇ ਉਂਗਲਾਂ ਦੀ ਸਥਿਤੀ ਬਾਰੇ। ਕੀਬੋਰਡ ਦੀਆਂ ਮੁੱਖ 4 ਲਾਈਨਾਂ ਹੁੰਦੀਆਂ ਹਨ। ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ A ਤੋਂ ਸ਼ੁਰੂ ਹੋਣ ਵਾਲੀ ਲਾਈਨ ਉੱਤੇ ਰੱਖਿਆ ਜਾਂਦਾ ਹੈ। ਇਸ ਲਾਈਨ ਨੂੰ ਹੋਮ ਰੋ ਕਿਹਾ ਜਾਂਦਾ ਹੈ। ਹੋਮ ਰੋ ਤੋਂ ਉੱਪਰਲੀ ਜਾਂ ਹੇਠਲੀ ਲਾਈਨ ਦੀ ਕਿਸੇ ਕੀ ਨੂੰ ਦਬਾਉਣ ਉਪਰੰਤ ਉਂਗਲਾਂ ਫਿਰ ਇਸੇ ਲਾਈਨ ਉੱਤੇ ਵਾਪਸ ਆ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਇਸ ਨੂੰ ਹੋਮ ਰੋ ਕਿਹਾ ਜਾਂਦਾ ਹੈ। ਹੋਮ ਰੋ ਹੇਠ ਦਿੱਤੇ ਚਿੱਤਰ ਵਿੱਚ ਹੋਮ ਰੋ ਉੱਤੇ ਉਂਗਲਾਂ ਦੀ ਸਥਿਤੀ ਦਿਖਾਈ ਗਈ ਹੈ। ਆਪਣੀਆਂ ਉਂਗਲਾਂ ਨੂੰ ਹੋਮ ਰੋ ਦੀ ਪੋਜੀਸ਼ਨ ਵਿੱਚ
ਕੀਬੋਰਡ ਉੱਤੇ ਰੱਖੋ। ਖੱਬੇ ਹੱਥ ਦੀ ਛੋਟੀ ਉਂਗਲੀ ਨੂੰ A ਉੱਤੇ, ਖੱਬੇ ਹੱਥ ਦੀ ਰਿੰਗ ਉਂਗਲੀ ਨੂੰ S ਉੱਤੇ, ਮਿਡਲ ਉਂਗਲੀ ਨੂੰ D ਉੱਤੇ ਅਤੇ ਖੱਬੇ ਹੱਥ ਦੀ ਇੰਡੈਕਸ ਉਂਗਲੀ ਨੂੰ F ਅਤੇ G ਉੱਤੇ ਰੱਖਣਾ ਹੈ। ਇਸੇ ਤਰ੍ਹਾਂ ਸੱਜੇ ਹੱਥ ਦੀ ਛੋਟੀ ਉਂਗਲੀ ਨੂੰ ਸੈਮੀਕੋਲਨ ਉੱਤੇ, ਰਿੰਗ ਉਂਗਲੀ ਨੂੰ L ਉੱਤੇ, ਮਿਡਲ ਵਿਚਲੀ ਉਂਗਲੀ ਨੂੰ K ਉੱਤੇ ਅਤੇ ਇੰਡੈਕਸ ਪਹਿਲੀ ਉਂਗਲੀ ਨੂੰ J ਜਾਂ H ਉੱਤੇ ਰੱਖਣਾ ਹੈ। ਹੁਣ ਤੁਹਾਨੂੰ ਤਸਵੀਰ ਵਿੱਚ ਖੱਬਾ ਹੱਥ ਤੇ ਸੱਜਾ ਹੱਥ ਦੋਨਾਂ ਦਾ ਕਿਸ ਉਂਗਲੀ ਨੂੰ ਕਿਸ ਬਟਨ ਉੱਪਰ ਰੱਖਣਾ ਹੈ ਇਹ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਖੱਬੇ ਹੱਥ ਦੀ ਚੌਥੀ ਉਂਗਲ ਲਿਟਲ ਫਿੰਗਰ A ਕੀ ਉੱਤੇ ਹੈ, ਤੀਸਰੀ ਉਂਗਲ S ਕੀ ਉੱਤੇ ਹੈ, ਦੂਸਰੀ ਉਂਗਲ D ਕੀ ਉੱਤੇ ਹੈ ਅਤੇ ਪਹਿਲੀ ਉਂਗਲ F ਕੀ ਉੱਤੇ ਹੋਣੀ ਚਾਹੀਦੀ ਹੈ। ਇਸੇ ਪ੍ਰਕਾਰ ਸੱਜੇ ਹੱਥ ਦੀ ਚੌਥੀ, ਤੀਸਰੀ, ਦੂਜੀ ਅਤੇ ਪਹਿਲੀ ਉਂਗਲ ਕ੍ਰਮਵਾਰ ਸੈਮੀਕੋਲਨ L, K, J ਅਤੇ H ਉੱਤੇ ਹੋਣੀ ਚਾਹੀਦੀ ਹੈ। ਦੂਜੀ ਰੋ, ਹੋਮ ਰੋ ਤੋਂ ਉੱਪਰਲੀ ਰੋ ਨੂੰ ਦੂਜੀ ਰੋ ਕਿਹਾ ਜਾਂਦਾ ਹੈ। ਇਸ ਰੋ ਨੂੰ ਕੁਆਲਿਟੀ ਰੋ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਰੋ QWERTY ਤੋਂ ਸ਼ੁਰੂ ਹੁੰਦੀ ਹੈ। ਮੰਨ ਲਓ ਸਾਡੀਆਂ ਉਂਗਲਾਂ ਹੋਮ ਰੋ ਕੀ ਉੱਤੇ ਸਥਿਤ ਹਨ। ਹੁਣ ਸਾਨੂੰ ਆਪਣੇ ਖੱਬੇ ਹੱਥ ਦੀ ਚੌਥੀ ਉਂਗਲ ਲਿਟਲ ਫਿੰਗਰ ਨੂੰ Q ਕੀ ਉੱਤੇ ਰੱਖਣਾ ਹੈ। ਤੀਸਰੀ ਉਂਗਲ ਰਿੰਗ ਫਿੰਗਰ ਨੂੰ W ਉੱਤੇ ਰੱਖਣਾ ਹੈ। ਖੱਬੇ ਹੱਥ ਦੀ ਮਿਡਲ ਵਿਚਲੀ ਉਂਗਲ ਨੂੰ E ਉੱਤੇ ਰੱਖਣਾ ਹੈ ਅਤੇ ਪਹਿਲੀ ਉਂਗਲ ਇੰਡੈਕਸ ਫਿੰਗਰ ਨੂੰ R ਕੀ ਜਾਂ T ਕੀ ਉੱਤੇ ਵਾਰੀ-ਵਾਰੀ ਜ਼ਰੂਰਤ ਅਨੁਸਾਰ ਰੱਖਣਾ ਹੈ। ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਨੂੰ P ਕੀ ਉੱਤੇ ਰੱਖਣਾ ਹੈ। ਸੱਜੇ ਹੱਥ ਦੀ ਰਿੰਗ ਉਂਗਲੀ ਨੂੰ O ਉੱਤੇ ਰੱਖਣਾ ਹੈ। ਮਿਡਲ ਵਿਚਲੀ ਉਂਗਲੀ ਨੂੰ I ਉੱਤੇ ਰੱਖਣਾ ਹੈ ਅਤੇ ਪਹਿਲੀ ਉਂਗਲ ਨੂੰ U ਉੱਤੇ ਜਾਂ Y ਕੀ ਉੱਤੇ ਵਾਰੀ-ਵਾਰੀ ਰੱਖਣਾ ਹੈ। ਤੀਜੀ ਰੋ, ਹੋਮ ਰੋ ਤੋਂ ਨਿਚਲੀ ਰੋ ਨੂੰ ਤੀਜੀ ਰੋ ਕਿਹਾ ਜਾਂਦਾ ਹੈ। ਇਸ ਰੋ ਵਿੱਚ ਅਸੀਂ ਖੱਬੇ ਹੱਥ ਦੀ ਛੋਟੀ ਉਂਗਲੀ ਨੂੰ Z ਕੀ ਉੱਤੇ, ਖੱਬੇ ਹੱਥ ਦੀ ਰਿੰਗ ਉਂਗਲੀ ਨੂੰ X ਉੱਤੇ, ਖੱਬੇ ਹੱਥ ਦੀ ਮਿਡਲ ਉਂਗਲੀ ਨੂੰ C ਉੱਤੇ ਅਤੇ ਇੰਡੈਕਸ ਉਂਗਲੀ ਨੂੰ V ਜਾਂ B ਉੱਤੇ ਰੱਖਣਾ ਹੈ। ਇਸੇ ਤਰ੍ਹਾਂ ਸੱਜੇ ਹੱਥ ਦੀ ਛੋਟੀ ਉਂਗਲੀ ਨੂੰ ਸਲੈਸ਼ ਉੱਤੇ, ਰਿੰਗ ਉਂਗਲੀ ਨੂੰ ਡਾਟ ਉੱਤੇ, ਮਿਡਲ ਉਂਗਲੀ ਨੂੰ ਕੋਮਾ ਉੱਤੇ, ਇੰਡੈਕਸ ਉਂਗਲੀ ਨੂੰ M ਜਾਂ N ਉੱਤੇ ਰੱਖਣਾ ਹੈ। ਹੁਣ ਅਸੀਂ ਚੌਥੀ ਰੋ ਬਾਰੇ ਗੱਲ ਕਰਾਂਗੇ। ਚੌਥੀ ਰੋ ਅੰਕਾਂ ਦੀ ਕੀਜ਼ ਨਾਲ ਸੰਬੰਧਿਤ ਹੈ। ਅੰਕਾਂ ਨੂੰ ਟਾਈਪ ਕਰਦੇ ਸਮੇਂ ਬੜੇ ਹੀ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ। ਸਾਡੀਆਂ ਉਂਗਲਾਂ ਹੋਮ ਲਾਈਨ ਤੇ ਹੋਣੀਆਂ ਚਾਹੀਦੀਆਂ ਹਨ। ਅੰਕਾਂ ਨੂੰ 100% ਸਹੀ ਟਾਈਪ ਕਰਨ ਲਈ ਸੁਝਾਅ ਦਿੱਤਾ ਜਾਂਦਾ ਹੈ ਕਿ
ਜਿਹੜੇ ਅੰਕ ਵਾਲੀ ਕੀ ਦਬਾਣੀ ਹੈ ਉਸ ਦੀ ਸੰਬੰਧਿਤ ਉਂਗਲ ਨਾਲ ਉਸ ਨੂੰ ਦਬਾਓ ਤੇ ਟਾਈਪ ਕਰਨ ਤੋਂ ਬਾਅਦ ਫਿਰ ਤੋਂ ਹੋਮ ਰੋ ਉੱਤੇ ਵਾਪਸ ਲੈ ਆਓ। ਜੇਕਰ ਸਾਰਾ ਕੰਮ ਅੰਕਾਂ ਨਾਲ ਸੰਬੰਧਿਤ ਹੋਵੇ ਤਾਂ ਉਂਗਲਾਂ ਨੂੰ ਚੌਥੀ ਲਾਈਨ ਉੱਤੇ ਹੀ ਰੱਖੀ ਰੱਖੋ। ਹੁਣ ਅਸੀਂ ਚੌਥੀ ਰੋ ਵਿੱਚ ਉਂਗਲਾਂ ਦੀ ਸਥਿਤੀ ਬਾਰੇ ਜਾਣਾਂਗੇ। ਚੌਥੀ ਰੋ ਵਿੱਚ ਖੱਬੇ ਹੱਥ ਦੀ ਛੋਟੀ ਉਂਗਲ ਲਿਟਲ ਫਿੰਗਰ ਨਾਲ ਇੱਕ ਨੂੰ ਦਬਾਉਣਾ ਹੈ। ਟਾਈਪਿੰਗ ਸਮੇਂ ਰਿੰਗ ਉਂਗਲ ਨੂੰ 2 ਤੇ ਰੱਖਣਾ ਹੈ। ਮਿਡਲ ਵਿਚਲੀ ਉਂਗਲ ਨੂੰ 3 ਤੇ ਰੱਖਣਾ ਹੈ ਅਤੇ ਖੱਬੇ ਹੱਥ ਦੀ ਇੰਡੈਕਸ ਪਹਿਲੀ ਉਂਗਲੀ ਨੂੰ 4 ਜਾਂ 5 ਤੇ ਰੱਖਣਾ ਹੈ। ਇਸੇ ਤਰ੍ਹਾਂ ਸੱਜੇ ਹੱਥ ਦੀ ਛੋਟੀ ਉਂਗਲੀ ਲਿਟਲ ਫਿੰਗਰ ਨੂੰ 0 ਉੱਤੇ ਰੱਖਣਾ ਹੈ। ਸੱਜੇ ਹੱਥ ਦੀ ਰਿੰਗ ਫਿੰਗਰ ਨੂੰ 9 ਤੇ ਰੱਖਣਾ ਹੈ। ਮਿਡਲ ਵਿਚਲੀ ਉਂਗਲ ਨੂੰ 8 ਤੇ ਰੱਖਣਾ ਹੈ ਅਤੇ ਇੰਡੈਕਸ ਪਹਿਲੀ ਉਂਗਲੀ ਨੂੰ 7 ਜਾਂ 6 ਤੇ ਰੱਖਣਾ ਹੈ। ਨਿਊਮੈਰਿਕ ਕੀਪੈਡ ਅੰਕਾਂ ਨੂੰ ਦਾਖਲ ਕਰਵਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਤੇਜ਼ ਤਰੀਕਾ ਹੈ ਨਿਊਮੈਰਿਕ ਕੀਪੈਡ। ਨਿਊਮੈਰਿਕ ਕੀਪੈਡ ਕੀਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ। ਨਿਊਮੈਰਿਕ ਕੀਪੈਡ ਦੇ ਉੱਪਰ ਇੱਕ ਬਟਨ ਹੁੰਦਾ ਹੈ ਜਿਸ ਤੇ ਲਿਖਿਆ ਹੁੰਦਾ ਹੈ ਨਮ ਲੌਕ। ਜੇ ਤੁਸੀਂ ਨਿਊਮੈਰਿਕ ਕੀਪੈਡ ਨੂੰ ਚਲਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲੇ ਤੁਹਾਨੂੰ ਨਮ ਲੌਕ ਬਟਨ ਨੂੰ ਪ੍ਰੈਸ ਕਰਕੇ ਔਨ ਕਰਨਾ ਪਵੇਗਾ। ਜੇ ਤੁਸੀਂ ਨਮ ਲੌਕ ਬਟਨ ਨੂੰ ਔਨ ਨਹੀਂ ਕਰਦੇ ਤੇ ਤੁਹਾਡੇ ਟਾਈਪ ਕਰਨ ਦੇ ਬਾਵਜੂਦ ਸਕਰੀਨ ਤੇ ਕੁਝ ਵੀ ਟਾਈਪ ਨਹੀਂ ਹੋਵੇਗਾ। ਨਿਊਮੈਰਿਕ ਕੀਪੈਡ ਨੂੰ ਚਲਾਉਣ ਲਈ ਸਭ ਤੋਂ ਪਹਿਲਾਂ ਨਮ ਲੌਕ ਬਟਨ ਨੂੰ ਔਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਆਪਣੀਆਂ ਉਂਗਲਾਂ ਨੂੰ ਨਿਊਮੈਰਿਕ ਕੀਪੈਡ ਉੱਤੇ ਹੇਠਾਂ ਲਿਖੇ ਅਨੁਸਾਰ ਰੱਖੋ। ਆਪਣੇ ਸੱਜੇ ਹੱਥ ਦਾ ਅੰਗੂਠਾ 0 ਉੱਤੇ, ਸੱਜੇ ਹੱਥ ਦੀ ਪਹਿਲੀ ਉਂਗਲ 4 ਉੱਤੇ, ਸੱਜੇ ਹੱਥ ਦੀ ਦੂਸਰੀ ਉਂਗਲ ਨੂੰ 5 ਉੱਤੇ ਅਤੇ ਸੱਜੇ ਹੱਥ ਦੀ ਤੀਜੀ ਉਂਗਲ ਨੂੰ 6 ਉੱਤੇ ਰੱਖਣਾ ਹੈ। ਹੁਣ ਅਸੀਂ ਕੀਬੋਰਡ ਦੀਆਂ ਕੁਝ ਖਾਸ ਕੀਜ਼ ਬਾਰੇ ਗੱਲਾਂ ਕਰਾਂਗੇ। स्पेस बार की स्पेस बार की दो शब्दां विच खाली थां स्पेस छड्डण लई वरती जाती है। ਅਸੀਂ स्पेस बार की ਨੂੰ ਟਾਈਪ ਕਰਨ ਲਈ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕਰਦੇ ਹਾਂ। स्पेस बार की ਕੀਬੋਰਡ ਦੀ ਸਭ ਤੋਂ ਵੱਡੀ ਕੀ ਹੁੰਦੀ ਹੈ। ਇਹ ਕੀ ਕੀਬੋਰਡ ਦੀ ਸਭ ਤੋਂ ਨਿਚਲੀ ਲਾਈਨ ਵਿੱਚ ਲੱਗੀ ਹੁੰਦੀ ਹੈ। ਇੰਟਰ ਕੀ ਇੰਟਰ ਕੀ ਕੀਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ। ਇਹ ਕੀ
ਨਵੀਂ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ। ਐਂਟਰ ਕੀ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। ਬੈਕ ਸਪੇਸ ਕੀ, ਇਹ ਕੀ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾਉਣ ਲਈ ਵਰਤੀ ਜਾਂਦੀ ਹੈ। ਟਾਈਪਿੰਗ ਕਰਦੇ ਸਮੇਂ ਸਾਡੇ ਤੋਂ ਕਈ ਵਾਰ ਟਾਈਪਿੰਗ ਦੀਆਂ ਮਿਸਟੇਕਸ ਹੋ ਜਾਂਦੀਆਂ ਹਨ। ਉਹਨਾਂ ਮਿਸਟੇਕਸ ਨੂੰ, ਉਹਨਾਂ ਗਲਤੀਆਂ ਨੂੰ ਠੀਕ ਕਰਨ ਲਈ ਕੀਬੋਰਡ ਤੇ ਦੋ ਬਟਨ ਹੁੰਦੇ ਹਨ, ਇੱਕ ਬੈਕ ਸਪੇਸ ਕੀ ਤੇ ਦੂਜੀ ਡਿਲੀਟ ਕੀ। ਡਿਲੀਟ ਕੀ ਕਰਸਰ ਦੇ ਸੱਜੇ ਪਾਸੇ ਦੇ ਅੱਖਰਾਂ ਨੂੰ ਮਿਟਾਉਣ ਲਈ ਵਰਤੀ ਜਾਂਦੀ ਹੈ ਅਤੇ ਬੈਕ ਸਪੇਸ ਕੀ ਕਰਸਰ ਦੇ ਖੱਬੇ ਪਾਸੇ ਦੇ ਇੱਕ ਅੱਖਰ ਨੂੰ ਮਿਟਾਉਣ ਲਈ ਵਰਤੀ ਜਾਂਦੀ ਹੈ। कैप्स लॉक की, जेकर पूरा शब्द लाइन ਜਾਂ ਪੈਰਾ ਵੱਡੇ ਅੱਖਰਾਂ ਵਿੱਚ ਲਿਖਣਾ ਹੋਵੇ ਤਾਂ ਕੈਪਸ ਲੌਕ ਕੀ ਨੂੰ ਔਨ ਦੀ ਸਥਿਤੀ ਵਿੱਚ ਰੱਖੋ। ਕੀਬੋਰਡ ਤੇ ਕੈਪਸ ਲੌਕ ਬਟਨ ਲਈ ਇੱਕ ਛੋਟੀ ਜਿਹੀ ਲਾਈਟ ਲੱਗੀ ਹੁੰਦੀ ਹੈ। ਜਦੋਂ ਅਸੀਂ ਕੈਪਸ ਲੌਕ ਬਟਨ ਨੂੰ ਪ੍ਰੈਸ ਕਰਕੇ ਔਨ ਕਰਦੇ ਹਾਂ ਤੇ ਕੀਬੋਰਡ ਤੇ ਲੱਗੀ ਕੈਪਸ ਲੌਕ ਦੀ ਲਾਈਟ ਔਨ ਹੋ ਜਾਂਦੀ ਹੈ, ਜਗ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕੈਪਸ ਲੌਕ ਬਟਨ ਨੂੰ ਦੁਬਾਰਾ ਤੋਂ ਪ੍ਰੈਸ ਕਰਕੇ ਆਫ ਕਰਦੇ ਹਾਂ, ਬੰਦ ਕਰਦੇ ਹਾਂ ਤੇ ਲਾਈਟ ਕੀਬੋਰਡ ਕੈਪਸ ਲੌਕ ਦੀ ਉਹ ਬੰਦ ਹੋ ਜਾਂਦੀ ਹੈ। ਸਾਨੂੰ ਟਾਈਪਿੰਗ ਕਰਦੇ ਸਮੇਂ ਜੇ ਤਾਂ ਇੱਕ ਅੱਖਰ ਵੱਡੇ ਕੈਪੀਟਲ ਲੈਟਰ ਵਿੱਚ ਟਾਈਪ ਕਰਨਾ ਹੈ ਤੇ ਕੈਪਸ ਲੌਕ ਕੀ ਦੀ ਬਜਾਏ ਸ਼ਿਫਟ ਕੀ ਦੀ ਵਰਤੋਂ ਕਰਨੀ ਚਾਹੀਦੀ ਹੈ। ਕੈਪਸ ਲੌਕ ਕੀ ਜਦੋਂ ਤੱਕ ਔਨ ਹੁੰਦੀ ਹੈ ਸਾਰੇ ਹੀ ਲੈਟਰਸ ਵੱਡੇ ਅੱਖਰਾਂ ਵਿੱਚ ਟਾਈਪ ਹੁੰਦੇ ਹਨ। ਕੰਪਿਊਟਰ ਵਿੱਚ ਪਾਸਵਰਡ ਟਾਈਪ ਕਰਦੇ ਸਮੇਂ ਕਈ ਵਾਰ ਕੈਪਸ ਲੌਕ ਬਟਨ ਔਨ ਰਹਿ ਜਾਂਦਾ ਹੈ। ਉਸ ਸਮੇਂ ਸਾਡੇ ਤੋਂ ਵਾਰ-ਵਾਰ ਪਾਸਵਰਡ ਟਾਈਪ ਹੋਣ ਦੇ ਬਾਵਜੂਦ ਲੌਕ ਨਹੀਂ ਖੁੱਲਦਾ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਕਈ ਵਾਰ ਕੈਪਸ ਲੌਕ ਕੀ ਔਨ ਦੀ ਸਥਿਤੀ ਵਿੱਚ ਹੁੰਦਾ ਹੈ। ਸ਼ਿਫਟ ਕੀਜ਼, ਇਹ ਕੀ ਕੀਬੋਰਡ ਦੇ ਦੋਵੇਂ ਪਾਸੇ ਹੀ ਲੱਗੀ ਹੁੰਦੀ ਹੈ। ਸ਼ਿਫਟ ਕੀ ਵੱਡੇ ਅੱਖਰ ਕੈਪੀਟਲ ਲੈਟਰ ਲਿਖਣ ਲਈ ਵਰਤੀ ਜਾਂਦੀ ਹੈ, ਲੇਕਿਨ ਜਿਵੇਂ ਕਿ ਅਸੀਂ ਕੈਪਸ ਲੌਕ ਕੀ ਦਾ ਦੇਖਿਆ ਕਿ ਕੈਪਸ ਲੌਕ ਕੀ ਔਨ ਹੋਣ ਤੋਂ ਬਾਅਦ ਸਾਰੇ ਹੀ ਲੈਟਰਸ ਕੈਪੀਟਲ ਦੇ ਵਿੱਚ ਟਾਈਪ ਹੁੰਦੇ ਹਨ। ਸ਼ਿਫਟ ਕੀ ਦੇ ਨਾਲ ਅਸੀਂ ਇੱਕ ਟਾਈਮ ਤੇ ਇੱਕ ਹੀ ਲੈਟਰ ਕੈਪੀਟਲ ਦੇ ਵਿੱਚ ਵੱਡੇ ਅੱਖਰਾਂ ਵਿੱਚ ਟਾਈਪ ਕਰ ਸਕਦੇ ਹਾਂ। ਸ਼ਿਫਟ ਕੀ ਦੇ ਨਾਲ ਵੱਡੇ ਅੱਖਰਾਂ ਵਿੱਚ ਟਾਈਪ ਕਰਨ ਲਈ ਅਸੀਂ ਸ਼ਿਫਟ ਕੀ ਨੂੰ ਦਬਾ ਕੇ ਤੇ ਨਾਲ ਜਿਸ ਵੀ ਲੈਟਰ ਨੂੰ ਵੱਡੇ ਅੱਖਰ ਵਿੱਚ ਟਾਈਪ ਕਰਨਾ ਹੈ ਉਸ ਨੂੰ ਪ੍ਰੈਸ ਕਰਨਾ ਹੈ। ਹੁਣ ਅਸੀਂ ਪ੍ਰੈਕਟੀਕਲ ਕਰਕੇ ਦੇਖਾਂਗੇ ਕਿ ਕੀਬੋਰਡ ਦੇ ਨੂਮੈਰਿਕ ਕੀਪੈਡ ਤੋਂ ਕਿਸ ਤਰ੍ਹਾਂ ਕੰਮ ਲਿਆ ਜਾ ਸਕਦਾ ਹੈ। ਨੂਮੈਰਿਕ ਕੀਪੈਡ ਕੀਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ ਤੇ ਉਸ ਦੇ ਉੱਪਰ ਇੱਕ ਬਟਨ ਹੁੰਦਾ ਹੈ
ਜਿਸ ਤੇ ਨਮ ਲੌਕ ਲਿਖਿਆ ਹੁੰਦਾ ਹੈ। ਜੇ ਅਸੀਂ ਨੂਮੈਰਿਕ ਕੀਪੈਡ ਨੂੰ ਚਲਾਉਣਾ ਹੈ ਤੇ ਸਾਨੂੰ ਸਭ ਤੋਂ ਪਹਿਲੇ ਨਮ ਲੌਕ ਬਟਨ ਨੂੰ ਇੱਕ ਵਾਰ ਪ੍ਰੈਸ ਕਰਕੇ ਔਨ ਕਰਨਾ ਪੈਂਦਾ ਹੈ। ਜੇ ਅਸੀਂ ਨਮ ਲੌਕ ਬਟਨ ਨੂੰ ਔਨ ਕੀਤੇ ਬਿਨਾਂ ਨੂਮੈਰਿਕ ਕੀਪੈਡ ਤੋਂ ਕੁਝ ਵੀ ਟਾਈਪ ਕਰੀਏ ਤੇ ਤੁਹਾਨੂੰ ਸਕਰੀਨ ਤੇ ਦਿਸ ਰਿਹਾ ਹੈ ਕਿ ਕੋਈ ਵੀ ਨੰਬਰ ਟਾਈਪ ਨਹੀਂ ਹੋ ਰਿਹਾ। ਹੁਣ ਮੈਂ ਇੱਕ ਵਾਰ ਪ੍ਰੈਸ ਕਰਕੇ ਨਮ ਲੌਕ ਬਟਨ ਨੂੰ ਔਨ ਕਰ ਲੈਂਦਾ ਹਾਂ। ਔਨ ਕਰਨ ਤੋਂ ਬਾਅਦ ਹੁਣ ਜਦੋਂ ਮੈਂ ਟਾਈਪ ਕਰਦਾ ਹਾਂ ਤੇ ਤੁਹਾਨੂੰ ਸਕਰੀਨ ਤੇ ਨੰਬਰ ਟਾਈਪ ਹੁੰਦੇ ਹੋਏ ਦਿਸ ਰਹੇਗਾ। ਬੈਕਸਪੇਸ ਕੀ ਕੰਪਿਊਟਰ ਦੇ ਕੀਬੋਰਡ ਦੇ ਉੱਪਰ ਤੋਂ ਸੈਕੰਡ ਰੋ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ, ਜਿਵੇਂ ਕਿ ਤੁਹਾਨੂੰ ਸਕਰੀਨ ਵਿੱਚ ਦਿਸ ਰਿਹਾ ਹੈ। ਬੈਕਸਪੇਸ ਕੀ ਦਾ ਕੰਮ ਇਹ ਹੁੰਦਾ ਹੈ ਕਿ ਜਦੋਂ ਅਸੀਂ ਕੰਪਿਊਟਰ ਵਿੱਚ ਟਾਈਪਿੰਗ ਕਰ ਰਹੇ ਹੁੰਦੇ ਹਾਂ ਤੇ ਟਾਈਪਿੰਗ ਕਰਦੇ ਸਮੇਂ ਸਾਡੇ ਤੋਂ ਕਈ ਵਾਰ ਟਾਈਪਿੰਗ ਦੀਆਂ ਕਈ ਮਿਸਟੇਕਸ ਹੋ ਜਾਂਦੀਆਂ ਹਨ। ਬੈਕਸਪੇਸ ਕੀ ਦੇ ਜ਼ਰੀਏ ਅਸੀਂ ਕਰਸਰ ਦੇ ਖੱਬੇ ਪਾਸੇ ਦੇ ਲੈਟਰਸ ਨੂੰ ਡਿਲੀਟ ਕਰਕੇ ਦੁਬਾਰਾ ਤੋਂ ਸਹੀ ਟਾਈਪ ਕਰ ਸਕਦੇ ਹਾਂ। ਕੈਪਸੂਲਕ ਬਟਨ ਕੰਪਿਊਟਰ ਦੇ ਕੀਬੋਰਡ ਦੇ ਖੱਬੇ ਪਾਸੇ ਲੱਗੀ ਹੁੰਦੀ ਹੈ, ਜਿਵੇਂ ਕਿ ਤੁਹਾਨੂੰ ਸਕਰੀਨ ਵਿੱਚ ਦਿਸ ਰਿਹਾ ਹੈ। ਇਸ ਦਾ ਕੰਮ ਇਹ ਹੁੰਦਾ ਹੈ ਕਿ ਜੇ ਅਸੀਂ ਕੰਪਿਊਟਰ ਵਿੱਚ ਕੈਪੀਟਲ ਲੈਟਰਸ 'ਚ ਟਾਈਪ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਕੈਪਸੂਲਕ ਬਟਨ ਨੂੰ ਔਨ ਕਰਨਾ ਪੈਂਦਾ ਹੈ। ਜੇ ਅਸੀਂ ਇਸ ਨੂੰ ਔਨ ਕੀਤੇ ਬਿਨਾਂ ਟਾਈਪਿੰਗ ਕਰੀਏ ਤੇ ਤੁਹਾਨੂੰ ਸਕਰੀਨ ਤੇ ਦਿਸ ਰਿਹਾ ਹੈ ਕਿ ਸਾਰੇ ਸਮਾਲ ਲੈਟਰਸ ਟਾਈਪ ਹੋ ਰਹੇ ਹਨ। ਹੁਣ ਅਸੀਂ ਕੈਪਸੂਲਕ ਬਟਨ ਨੂੰ ਇੱਕ ਵਾਰ ਪ੍ਰੈਸ ਕਰਕੇ ਔਨ ਕਰ ਲੈਂਦੇ ਹਾਂ। ਔਨ ਕਰਨ ਤੋਂ ਬਾਅਦ ਹੁਣ ਜਦੋਂ ਅਸੀਂ ਦੁਬਾਰਾ ਤੋਂ ਟਾਈਪ ਕਰਦੇ ਹਾਂ ਤੇ ਤੁਹਾਨੂੰ ਦਿਸ ਰਿਹਾ ਹੈ ਕਿ ਸਾਰੇ ਲੈਟਰਸ ਕੈਪੀਟਲ ਦੇ ਵਿੱਚ ਟਾਈਪ ਹੋ ਰਹੇ ਹਨ। ਕੰਪਿਊਟਰ ਵਿੱਚ ਵੱਡੇ ਅੱਖਰਾਂ ਵਿੱਚ ਟਾਈਪ ਕਰਨ ਦੇ ਦੋ ਤਰੀਕੇ ਹੁੰਦੇ ਹਨ। ਪਹਿਲਾ ਤਰੀਕਾ ਹੁੰਦਾ ਹੈ ਕੈਪਸੂਲਕ ਬਟਨ ਦੀ ਵਰਤੋਂ ਕਰਕੇ ਤੇ ਦੂਜਾ ਤਰੀਕਾ ਹੈ ਸ਼ਿਫਟ ਬਟਨ ਦੀ ਵਰਤੋਂ ਕਰਕੇ। ਸ਼ਿਫਟ ਬਟਨ ਕੀਬੋਰਡ ਦੇ ਖੱਬੇ ਸੱਜੇ ਦੋਵਾਂ ਪਾਸਿਆਂ ਤੇ ਲੱਗੀ ਹੁੰਦੀ ਹੈ। ਅਸੀਂ ਜਿਸ ਵੀ ਅੱਖਰ ਨੂੰ ਵੱਡੇ ਅੱਖਰਾਂ ਵਿੱਚ ਟਾਈਪ ਕਰਨਾ ਚਾਹੁੰਦੇ ਹਾਂ, ਅਸੀਂ ਸ਼ਿਫਟ ਬਟਨ ਦੇ ਨਾਲ ਉਸ ਬਟਨ ਨੂੰ ਦਬਾ ਕੇ ਕੈਪੀਟਲ ਦੇ ਵਿੱਚ ਟਾਈਪ ਕਰ ਸਕਦੇ ਹਾਂ। ਜਿਵੇਂ ਕਿ ਮੈਂ A ਨੂੰ ਕੈਪੀਟਲ ਲੈਟਰ ਵਿੱਚ ਟਾਈਪ ਕਰਨਾ ਚਾਹੁੰਦਾ ਹਾਂ ਤੇ ਮੈਂ ਪਹਿਲੇ ਸ਼ਿਫਟ ਬਟਨ ਨੂੰ ਪ੍ਰੈਸ ਕਰ ਲਵਾਂਗਾ ਤੇ ਨਾਲ ਹੀ A ਨੂੰ ਪ੍ਰੈਸ ਕਰੂੰਗਾ ਤੇ A ਸਕਰੀਨ ਤੇ ਕੈਪੀਟਲ ਦੇ ਵਿੱਚ ਟਾਈਪ ਹੋ ਗਈ ਹੈ। ਜੇ ਮੈਂ ਬਿਨਾਂ ਸ਼ਿਫਟ ਬਟਨ ਨੂੰ ਪ੍ਰੈਸ ਕੀਤੇ ਹੀ A ਨੂੰ ਟਾਈਪ ਕਰਦਾ ਹਾਂ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ A ਸਮਾਲ ਦੇ ਵਿੱਚ ਟਾਈਪ ਹੋ ਰਹੀ ਹੈ। ਐਂਟਰ ਕੀ ਕੀਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ। ਇਹ ਕੀ ਨਵੀਂ ਲਾਈਨ ਤੇ ਜਾਣ ਲਈ ਵਰਤੀ ਜਾਂਦੀ ਹੈ। ਐਂਟਰ ਕੀ ਦਬਾਉਣ ਲਈ ਅਸੀਂ ਆਪਣੇ ਸੱਜੇ ਹੱਥ ਦੀ ਸਭ ਤੋਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਸਕਰੀਨ ਵਿੱਚ ਦਿਸ ਰਿਹਾ ਹੈ, ਮੈਂ ਇੱਕ ਲਾਈਨ ਟਾਈਪ ਕੀਤੀ ਹੋਈ ਹੈ। ਹੁਣ ਮੈਂ ਅਗਲੀ ਲਾਈਨ ਤੇ ਜਾਣਾ ਹੈ ਤੇ ਅਗਲੀ ਲਾਈਨ ਤੇ ਜਾਣ ਲਈ ਮੈਂ ਇੱਕ ਵਾਰ ਐਂਟਰ ਕੀ ਨੂੰ ਪ੍ਰੈਸ ਕਰੂੰਗਾ। ਐਂਟਰ ਕੀ ਪ੍ਰੈਸ ਕਰਨ ਨਾਲ ਕਰਸਰ ਅਗਲੀ ਲਾਈਨ ਤੇ ਚਲੇ ਗਿਆ ਹੈ। ਹੁਣ ਮੈਂ ਕੁਝ ਵੀ ਟਾਈਪ ਕਰਦਾ ਹਾਂ ਤੇ ਉਹ ਅਗਲੀ ਲਾਈਨ ਵਿੱਚ ਟਾਈਪ ਹੋਊਗਾ। ਸਪੇਸਬਾਰ ਬਟਨ ਕੀਬੋਰਡ ਦੇ ਸਭ ਤੋਂ ਥੱਲੇ ਵਾਲੀ ਰੋ ਵਿੱਚ ਲੱਗਿਆ ਹੁੰਦਾ ਹੈ। ਇਹ ਕੀਬੋਰਡ ਦਾ ਸਭ ਤੋਂ ਵੱਡਾ ਬਟਨ ਹੁੰਦਾ ਹੈ। ਸਪੇਸਬਾਰ ਬਟਨ ਦੀ ਵਰਤੋਂ ਦੋ ਸ਼ਬਦਾਂ ਵਿੱਚ ਖਾਲੀ ਥਾਂ ਛੱਡਣ ਲਈ ਕੀਤੀ ਜਾਂਦੀ ਹੈ। ਅਸੀਂ ਇਸ ਲਈ ਆਪਣੇ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕਰਦੇ ਹਾਂ। ਹੁਣ ਅਸੀਂ ਕੁਝ ਯਾਦ ਰੱਖਣ ਯੋਗ ਗੱਲਾਂ ਨੂੰ ਦੇਖਾਂਗੇ।
ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਬਿਨਾਂ ਕੀਬੋਰਡ ਨੂੰ ਦੇਖੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰ ਸਕਦੇ ਹਾਂ। ਕੀਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਖੱਬਾ ਪਾਸਾ ਹੈ ਤੇ ਦੂਸਰਾ ਸੱਜਾ ਪਾਸਾ। ਖੱਬੇ ਪਾਸੇ ਵਾਲੀਆਂ ਕੀਜ਼ ਨੂੰ ਖੱਬੇ ਹੱਥ ਨਾਲ ਅਤੇ ਸੱਜੇ ਪਾਸੇ ਵਾਲੀਆਂ ਕੀਜ਼ ਨੂੰ ਸੱਜੇ ਹੱਥ ਨਾਲ ਦਬਾਇਆ ਜਾਂਦਾ ਹੈ। ਸਾਨੂੰ ਰਫ਼ਤਾਰ ਨਾਲੋਂ ਆਪਣਾ ਧਿਆਨ ਸਹੀ ਕੀ ਦਬਾਉਣ ਉੱਤੇ ਰੱਖਣਾ ਚਾਹੀਦਾ ਹੈ। ਰਫ਼ਤਾਰ ਸਮੇਂ ਅਤੇ ਅਭਿਆਸ ਨਾਲ ਆਪਣੇ ਆਪ ਆ ਜਾਂਦੀ ਹੈ। ਟੱਚ ਟਾਈਪਿੰਗ ਵਿੱਚ ਸਾਡੇ ਹੱਥ ਉਂਗਲਾਂ ਦੀ ਸਥਿਤੀ ਹਮੇਸ਼ਾ ਹੋਮ ਰੋ ਉੱਤੇ ਹੋਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਇਸ ਸਥਿਤੀ ਤੋਂ ਸ਼ੁਰੂ ਕਰਨਾ ਅਤੇ ਵਾਪਸ ਆਉਣਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਇਸ ਦੇ ਨਾਲ ਹੀ ਟਾਈਪਿੰਗ ਟਿਊਟਰ ਦਾ ਪਹਿਲਾ ਭਾਗ ਇੱਥੇ ਹੀ ਸਮਾਪਤ ਹੁੰਦਾ ਹੈ।